ਵਾਰ ਫੇਰ ਖਤਰਾ ਜਿਹੜਾ ਹੈਗਾ ਬਣਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਹੈਗਾ ਘੱਗਰ ਦਰਿਆ ਦਾ ਉਹ ਦਿਨ ਬਾਏ ਦਿਨ ਜਿਹੜਾ ਵੱਧਦਾ ਜਾ ਰਿਹਾ ਹੈ। सरकार ने ਜਿਹੜੇ ਗੇਜ ਨੇ ਉਹ ਸਮਝਨੇ ਚੰਡੀਗੜ੍ਹ ਲਾਏ ਨੇ ਜਾਂ ਕਿੱਥੇ ਲਾਏ ਨੇ, ਉਹ ਉੱਥੇ ਬੈਠੇ ਉਹ ਕਹੀ ਨੇ ਖਤਰੇ ਤੋਂ ਹਲੇ ਨੀਚੇ ਆ ਪਾਣੀ ਜੀ। ਉਰੇ ਖੇਤਾਂ ਜਾ ਕੇ ਉਰੇ ਆ ਕੇ ਦੇਖਣ ਘੱਗਰ ਤੇ ਜੀ, ਆ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਲਓ ਜੀ ਵੀ ਕਿੰਨਾ 7 ਫੁੱਟ ਪਾਣੀ ਉੱਚਾ ਜੀ ਸਾਡੀ ਜ਼ਮੀਨਾਂ ਤੋਂ ਜੀ। ਬੀਬੀ ਨੂੰ ਸਹੁੰ ਚੱਕਣ ਦਾ ਤਾਂ ਉੱਥੇ ਆਪਣਾ ਸਿੱਧੂ ਦੀ ਪ੍ਰਧਾਨਗੀ ਤੇ ਜਾਣ ਦਾ ਤਾਂ ਟਾਈਮ ਲੱਗ ਗਿਆ, ਉਹਦੀ ਕੋਠੀ ਇੱਥੇ ਦੀ 10-15 ਕਿਲੋਮੀਟਰ ਦੂਰ ਹੈ, ਘੱਗਰ ਨਾਲੋਂ ਤੱਕ ਟਾਈਮ ਲੱਗਿਆ। उनका तो सोने का अंडा ही बन रहा है या मुर्गी सोने का अंडा ही दे जब गग्गर आ जाए चढ़ के। ਜੇ ਲੀਡਰ ਉਰੇ ਆਉਂਦਾ ਕੋਈ ਇਸ ਵਕਤ ਜਾਇਜ਼ਾ ਲੈਣ ਆਉਂਦਾ ਜਾਂ गग्गर में घेर देंगे हम, गग्गर में घेर देंगे लीडर ने चक्के। ਉਹ ਤੇ ਵੇਖਣ ਹੀ ਰਹੇ ਜੀ, ਹੁਣ 25-30 ਸਾਲ ਹੋ ਗਏ, ਹਰ ਸਾਲ ਲੋਲੀਪੌਪ ਦੇ ਜਾਂਦੇ, ਚੂਸਦੇ ਰਹਿੰਦੇ ਆ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੰਜੀਵ ਗੋਇਲ। ਅੱਜ ਅਸੀਂ ਸੰਗਰੂਰ ਦੇ ਮੂਣਕ ਘੱਗਰ ਦਰਿਆ ਦੇ ਉੱਪਰ ਰੁਕੇ ਹੋਏ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ। ਇੱਥੇ ਦੀ ਸਥਿਤੀ ਬਾਰੇ ਮੇਰਾ ਖਿਆਲ ਹੈ ਤੁਹਾਨੂੰ ਜ਼ਿਆਦਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ। ਤਸਵੀਰਾਂ ਦੇ ਜ਼ਰੀਏ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਘੱਗਰ ਦੀ ਅਸੀਂ ਗੱਲ ਕਰਨ ਜਾ ਰਹੇ ਹੈਗੇ ਹਾਂ। ਜੀ ਹਾਂ, 2019 ਦੇ ਵਿੱਚ ਇਸ ਘੱਗਰ ਦੀ ਮਾਰ ਜੋ ਇਲਾਕੇ ਦੇ ਲੋਕਾਂ ਦੇ ਉੱਪਰ ਪਈ ਸੀ, ਕਿਸਾਨਾਂ ਦੇ ਉੱਪਰ ਪਈ ਸੀਗੀ, ਮਜ਼ਦੂਰਾਂ ਦੇ ਉੱਪਰ ਪਈ ਸੀਗੀ। ਮੇਰੇ ਖਿਆਲ ਆ ਹਜੇ ਤੱਕ ਉਹ ਹਾਲਾਤ ਨਹੀਂ ਭੁੱਲੇ ਹੋਵਾਂਗੇ, ਪਰ ਲੇਕਿਨ ਇੱਕ ਵਾਰ ਫੇਰ ਖਤਰਾ ਜਿਹੜਾ ਹੈਗਾ ਬਣਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਹੈਗਾ ਘੱਗਰ ਦਰਿਆ ਦਾ ਉਹ ਦਿਨ ਬਾਏ ਦਿਨ ਜਿਹੜਾ ਵੱਧਦਾ ਜਾ ਰਿਹਾ ਹੈ। ਜਿੱਥੇ 1-2 ਪਾੜ ਵੀ ਪਏ ਸੀਗੇ, ਪਰ ਲੇਕਿਨ ਪੂਰਨ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਕੀਤੀਆਂ ਜਾ ਰਹੀਆਂ ਨੇ। ਕਿਸਾਨ ਜਿਹੜੇ ਹੈਗੇ ਲੱਗੇ ਹੋਏ ਨੇ 2-3 ਦਿਨਾਂ ਤੋਂ ਇੱਥੇ ਜਦੋਂ ਜਹਿਦ ਚੱਲ ਰਹੀ ਹੈਗੀ ਆ ਤਾਂ ਜੋ ਕੋਈ ਵੱਡਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਜਾਵੇ। ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਇੱਕ ਵਾਰੀ ਕਿ ਜਿਹੜੇ ਮਜ਼ਦੂਰ ਨੇ ਉਹ ਵੀ ਲੱਗੇ ਹੋਏ ਨੇਗੇ, ਥੈਲਿਆਂ ਦੇ ਵਿੱਚ ਜਿਹੜੀ ਮਿੱਟੀ ਭਰ ਕੇ ਇਸ ਪਾੜ ਨੂੰ ਪੂਰਿਆ ਜਾ ਰਿਹਾ ਹੈਗਾ ਤਾਂ ਜੋ ਵੱਡਾ ਹਾਦਸਾ ਪਿਛਲੀ ਵਾਰ ਦੀ ਤਰ੍ਹਾਂ ਨਾ ਵਾਪਰ ਸਕੇ। ਕੁਝ ਕਿਸਾਨ ਵੀ ਸਾਡੇ ਨਾਲ ਮੌਜੂਦ ਹੈਗੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜ਼ਰੂਰ ਕਰ ਲੈਂਦੇ ਹਾਂ। ਵੀਰ ਜੀ ਇੱਧਰ ਆ ਜਾਓ, ਤੁਸੀਂ ਆਪਾਂ ਗੱਲਬਾਤ ਕਰਦੇ ਹਾਂ ਸਾਰੀ। ਕਿਸ ਤਰ੍ਹਾਂ ਹਰ ਵਾਰ ਹੀ ਜਿਹੜਾ ਇਹ ਘੱਗਰ ਬੜਾ ਨੁਕਸਾਨ ਕਰਦਾ ਹੈ, ਇਸ ਵਾਰ ਫੇਰ ਪਾਣੀ ਦਾ ਪੱਧਰ ਆਪਾਂ ਦੇਖ ਰਹੇ ਹਾਂ ਕਿ ਖਤਰੇ ਦੇ ਉੱਪਰ ਪਹੁੰਚਣ ਵਾਲਾ ਹੈ। ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਕਿਸ ਤਰ੍ਹਾਂ ਦੇ ਬਚਾਓ ਕਾਰਜ ਚੱਲ ਰਹੇ ਹੈਗੇ ਨੇ? ਜਿਹੜੇ ਤਿਆਰੀਆਂ ਚੱਲ ਰਹੀਆਂ ਤੇ ਆਮ ਅਸੀਂ ਜ਼ਿਮੀਂਦਾਰ ਲੱਗੇ ਹੋਏ ਹਾਂ ਜੀ, ਤੇ ਸਰਕਾਰਾਂ ਦੇ ਵੱਲੋਂ ਤਾਂ ਕੁਝ ਵੀ ਹਾਲੇ ਤੱਕ ਵੀ ਨਹੀਂ ਸਰ ਕੋਈ ਪ੍ਰਬੰਧ ਕੀਤਾ ਗਿਆ। ਸਾਨੂੰ 1.5 ਮਹੀਨਾ ਹੋ ਗਿਆ ਲੱਗੇ ਨੂੰ, ਜਿੰਨੇ ਪਿੰਡ ਦੇ ਲਵੇ ਸਾਰਿਆਂ ਨੇ 200 ਰੁਪਏ ਕਿੱਲੇ ਹਿਸਾਬ ਨਾਲ ਪਾ ਕੇ ਜੀ ਆਪ ਗਰਾਹੀ ਕਰਕੇ ਇੱਥੇ ਉਦੋਂ ਦੇ ਲੱਗੇ ਹੋਏ ਆ। ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜੀ। ਜੇ ਆਪਾਂ ਗੱਲ ਕਰ ਲਈਏ ਖਤਰੇ ਦੀ, ਤਾਂ ਕਿੰਨਾ ਕੁ ਖਤਰਾ ਇਸ ਵਕਤ ਬਣਿਆ ਹੋਇਆਗਾ ਘੱਗਰ ਤੋਂ? ਜਿਹੜਾ ਸਾਡੇ ਦੇ ਲੈਵਲ ਖਤਰਾ ਹੈ ਜੀ, ਉਹ ਤਾਂ ਬਹੁਤ ਖਤਰਾ ਹੁਣ ਜੀ, ਖਤਰੇ ਤੋਂ ਬਾਹਰ ਹੈ ਕੰਮ ਜੀ। ਪਰ ਸਰਕਾਰ ਨੇ ਜਿਹੜੇ ਗੇਜ ਨੇ ਉਹ ਸਮਝਨੇ ਚੰਡੀਗੜ੍ਹ ਲਾਏ ਨੇ ਜਾਂ ਕਿੱਥੇ ਲਾਏ ਨੇ, ਉਹ ਉੱਥੇ ਬੈਠੇ ਉਹ ਕਹੀ ਨੇ ਖਤਰੇ ਤੋਂ ਹਲੇ ਨੀਚੇ ਆ ਪਾਣੀ ਜੀ। ਇਹ ਤੁਸੀਂ ਦੇਖ ਲਓ ਵੀ ਜਿਹੜੀ ਜ਼ਮੀਨ ਹੈ ਸਾਡੀ ਉਹ ਤੋਂ 6-7 ਫੁੱਟ ਉੱਚਾ ਪਾਣੀ, ਅਗਰ ਇਹ ਕਿਤੋਂ ਵੀ ਬੰਦ ਬਹਿੰਦਾ ਹੋਣਾ ਸਾਡੇ ਪਿੰਡਾਂ 'ਚ 5-6 ਫੁੱਟ ਪਾਣੀ ਹੋ ਜਾਣਾ ਜੀ। ਕੀ ਲੱਗਦਾ ਤੁਹਾਨੂੰ, ਜਿਸ ਤਰ੍ਹਾਂ ਸਰਕਾਰ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਕਿ ਖਤਰੇ ਤੋਂ 4 ਫੁੱਟ ਜਿਹੜਾ ਨੀਚੇ ਆ ਪਾਣੀ, ਕੀ ਲੱਗਦਾ ਹੈ ਕਿ ਵਾਕਈ ਖਤਰੇ ਤੋਂ ਨੀਚੇ ਹੈ ਜਾਂ ਖਤਰੇ ਦੇ ਬਿਲਕੁਲ ਉੱਪਰ ਖੜੇ ਆ ਆਪਾਂ? ਇਹ ਸਾਡੇ ਹਿਸਾਬ ਨਾਲ ਖਤਰੇ ਤੋਂ ਉੱਪਰ ਹੈ ਜੀ। ਸਰਕਾਰਾਂ ਦੇ ਲੇਬਰ ਸਾਨੂੰ ਇਹ ਨਹੀਂ ਪਤਾ ਹੈ ਕਿੱਥੇ, ਸਾਨੂੰ ਦਿਖਾ ਦੇਣਾ ਕੀ ਪਤਾ ਅਸੀਂ ਗਲਤ ਹੋਈ ਜਾਂ ਸਰਕਾਰ ਸਹੀ ਹੋਵੇ ਜੀ। ਇੱਥੇ ਆ ਕੇ ਤਾਂ ਦੇਖਣ ਤਾਂ ਉਹ ਕਮਰਿਆਂ ਦੇ ਵਿੱਚ ਜਿਹੜੇ ਉਹਦੇ ਲੱਗੇ ਹੋਏ ਨੇ ਗੇਜ ਉਹ ਚੈੱਕ ਕਰਦੇ ਨੇ ਜੀ। ਉਰੇ ਖੇਤਾਂ ਜਾ ਕੇ ਉਰੇ ਆ ਕੇ ਦੇਖਣ ਘੱਗਰ ਤੇ ਜੀ, ਆ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਲਓ ਜੀ ਵੀ ਕਿੰਨਾ 7 ਫੁੱਟ ਪਾਣੀ ਉੱਚਾ ਜੀ ਸਾਡੀ ਜ਼ਮੀਨਾਂ ਤੋਂ ਜੀ। ਜਿਹੜੀ ਲੇਬਰ ਲੱਗੀ ਹੋਈ ਹੈਗੀ ਇਹ ਤੁਹਾਡੇ ਵੱਲੋਂ ਲਗਾਈ ਜਾ ਰਹੀ ਹੈ ਜਾਂ ਕੋਈ ਸਰਕਾਰ ਵੀ ਯੋਗਦਾਨ ਕਰ ਰਹੀ ਹੈ ਇਹਦੇ ਵਿੱਚ? ਇਹ ਜਿਹੜੀ ਲੇਬਰ ਹੈ ਇਹ ਨਰੇਗਾ ਦੀ ਹੈ ਜੀ। ਇਹ ਹੈ ਤਾਂ ਸਾਡੀ ਨਰੇਗਾ ਲੇਬਰ ਹੈ ਜੀ। ਇਹ ਪਹਿਲਾਂ ਨੇ ਬੰਦ ਕੀਤੀ ਹੋਈ, ਇਹਨਾਂ ਦੀ ਕੋਈ ਹੜਤਾਲ ਵਗੈਰਾ ਚੱਲੀ ਹੋਈ ਸੀ। ਇਹ ਅਸੀਂ ਆਪਦੀ ਨਿੱਜੀ ਤੌਰ ਤੇ ਇਹਨੂੰ ਬੇਨਤੀ ਕਰੀ ਹੈ, ਇਹ ਤਾਂ ਕਰਕੇ ਸਾਡੇ ਭਾਈਚਾਰੇ ਕਰਕੇ ਲੇਬਰ ਲੱਗੀ ਹੋਈ ਹੈ। ਇਹਨਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਉਹ ਅਸੀਂ ਨੇ ਕਰਦੇ ਹਾਂ। ਸਾਡੇ ਆਪਦੇ ਪਿੰਡ ਦੀ ਨੇ ਜੇ ਸਲੇਮਗੜ੍ਹ ਉਹ ਵੀ ਸਾਡਾ ਪਿੰਡ ਹੈ, ਹਮੀਰਗੜ੍ਹ ਉਹ ਵੀ ਸਾਡਾ ਹੈ, ਸੁਰਜਨ ਭੈਣੀ ਇਹ ਤਾਂ ਸਾਡੇ ਭਾਈਚਾਰੇ ਤੋਂ ਮਦਦ ਤੇ ਲੱਗੇ ਹੋਏ ਨੇ। ਕੋਈ ਚਲੋ ਜਿਹੜੀ ਦੇਣੇ ਲੇਬਰ ਹੈ 263 ਪਤਾ ਨਹੀਂ ਕਿੰਨੀ 65 ਰੁਪਏ ਹੈ, ਉਹਦੇ ਨਾਲ ਕੀ ਹੁੰਦਾ ਤੁਸੀਂ ਐਂ ਦੱਸੋ ਜੀ ਇਹਨਾਂ ਨੂੰ। ਕਿੰਨੀ ਲੇਬਰ ਇਸ ਵਕਤ ਇੱਥੇ ਕੰਮ ਕਰ ਰਹੀ ਹੈਗੀ ਹੈ? ਘੱਗਰ ਪੂਰਨ ਦਾ ਜੋ ਕੰਮ ਕੀਤਾ ਜਾ ਰਿਹਾ, ਪਾੜ ਜਿਹੜੇ ਵੱਡੇ ਵੱਡੇ ਪਏ ਹੋਏ ਨੇ ਉਹਨੂੰ ਪੂਰਿਆ ਜਾ ਰਿਹਾ, ਕਿੰਨੀ ਲੇਬਰ ਇਸ ਵਕਤ ਕੰਮ ਕਰ ਰਹੀ ਹੈ? ਨਰੇਗਾ ਦੀ ਤਾਂ ਹੁਣੀ ਕਮ ਸੇ ਕਮ 200-300 ਬੰਦਾ ਹੋਣਾ ਨਰੇਗਾ ਦਾ ਜੀ। ਬਾਕੀ ਜਿਹੜੇ ਜ਼ਿਮੀਂਦਾਰ ਲੱਗੇ ਹੋਏ ਨਾਲ, ਜਿਹੜੇ ਜ਼ਿਮੀਂਦਾਰ ਕਿੰਨੀ ਕੁ ਵੱਡੀ ਤਾਦਾਦ 'ਚ ਨੇ? ਜ਼ਿਮੀਂਦਾਰ 4-5 ਪਿੰਡਾਂ ਦੇ ਬੰਦੇ ਲੱਗੇ ਹੋਏ ਸੀ, ਸਾਰਾ ਘਰ ਪਤੇ ਬੰਦਾ। ਅਸੀਂ ਰਾਤ ਨੂੰ ਵੀ ਲੋਸਮੰਡਾ ਕਰਾ ਕੇ ਪਹਿਰਾ ਦਿੰਦੇ ਇੱਥੇ ਜੀ। ਸਰਕਾਰ ਵੱਲੋਂ ਤਾਂ ਕੋਈ ਪ੍ਰਬੰਧ ਨਹੀਂ ਹੈਗਾ ਜੀ। ਡਿਪਟੀ ਕਮਿਸ਼ਨਰ ਸੰਗਰੂਰ ਪਹੁੰਚੇ ਸੀ ਜਾਇਜ਼ਾ ਲੈਣ ਦੇ ਲਈ, ਕੋਈ ਪ੍ਰਬੰਧ ਕਰਕੇ ਗਏ ਨੇ ਇੱਥੇ? ਕੋਈ ਮਸ਼ੀਨਰੀ ਦਾ, ਮਿੱਟੀ ਦਾ, ਗੱਟਿਆਂ ਦਾ, ਵਾਰਦਾਨੇ ਦਾ ਕੋਈ ਪ੍ਰਬੰਧ ਕੀਤਾ ਉਹਨਾਂ ਵੱਲੋਂ?
ਕੁਛ ਵੀ ਨਹੀਂ ਕਰਿਆ ਜੀ। ਕਹਿ ਕੇ ਜ਼ਰੂਰ ਗਏ ਨੇ, ਪਰ ਉਹਨੂੰ ਹੋ ਗਏ 3 ਦਿਨ ਅੱਜ ਗਿਆ ਨੂੰ। ਸਾਨੂੰ ਇੱਕ ਚੀਜ਼ ਦੱਸ ਦੇਣ ਵੀ ਉਹ ਕਿਹਨੂੰ ਕਹਿ ਗਏ, ਕੀ ਕੀਤਾ ਕਿਸੇ ਨੇ ਜੀ। ਜਿੱਦਣ ਉਹ ਆਏ ਸੀ ਉਹਨਾਂ ਨਾਲ ਅਫਸਰ ਜ਼ਰੂਰ ਆਏ ਨੇ, ਅਫਸਰ ਅਸੀਂ ਉੱਧਰ ਦੇਖ ਲਏ ਵੀ ਸਾਡੇ ਅਫਸਰ ਇਹ ਹੈਗੇ ਨੇ, ਪਰ ਦੁਬਾਰਾ ਅਸੀਂ ਅਫਸਰ ਵੀ ਨਹੀਂ ਦੇਖੇ ਜੀ ਵੀ ਹੁਣ ਕਿੱਥੇ ਨੇ ਉਹ ਅਫਸਰ ਜੀ। ਤੇ ਉਹ ਆ ਕੇ ਉਹਦੇ ਨਾਲ ਬੋਲ ਕੇ ਕੁਛ ਪਤਾ ਨਹੀਂ ਗਰਾਂਡ ਗਰੂੰਡ ਕੋਈ ਬੋਲ ਗਏ ਨੇ, ਕਹਿੰਦਾ ਅਸੀਂ ਨੇ ਪਤਾ ਨਹੀਂ 10 ਕਰੋੜ ਕਹਿੰਦਾ ਦੇਤਾ ਜ਼ਿਲ੍ਹੇ 'ਚ। ਉਹਦੇ ਨਾਲ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਸਾਡੇ ਉਹਨਾਂ 'ਚ ਆਪਸ ਵੀ ਜਿਹੜੇ ਪਾਰਟੀ ਨੇ ਉਹਨਾਂ ਨੇ ਲੜਾਈਆਂ ਕਰਾਤੀਆਂ। ਕੋਈ ਅਸੀਂ ਕਾਂਗਰਸ ਨੂੰ ਕਹਿੰਦੇ, ਕੋਈ ਅਕਾਲੀ ਨੂੰ ਕਹਿੰਦੇ, ਦੂਜੇ ਨੂੰ ਕਹਿੰਦੇ ਜੀ। ਅਸੀਂ ਤੁਹਾਨੂੰ ਕਹਿੰਦੇ ਜੀ ਨਹੀਂ ਕੁਛ ਦੇਣਾ, ਇੱਥੇ ਆਉਣ ਦੀ ਵੀ ਲੋੜ ਨਹੀਂ। ਜੇ ਜਿਹੜੀਆਂ ਸਰਕਾਰਾਂ ਨੇ ਉਹ ਪਿਛਲੇ ਵਾਰ ਸਰਦਾਰ ਪਰਵਿੰਦਰ ਸਿੰਘ ਢੀਂਡਸਾ ਦੇ ਮੰਤਰੀ ਸੀ ਜੀ, ਉਹਨਾਂ ਨੇ ਪੰਚਾਇਤਾਂ ਨੂੰ ਨਿੱਜੀ ਗ੍ਰਾਂਟਾਂ ਦੇ ਕੇ ਇਹ ਸਿਰਾ ਪਟੜੀਆਂ ਦੇ ਕੰਮ ਪੱਕੇ ਕਰਾਏ ਨੇ ਜੀ। ਜਾਂ ਪਿਛਲੀ ਸਰਕਾਰਾਂ ਸਰਦਾਰ ਪਰਵਿੰਦਰ ਸਿੰਘ ਢੀਂਡਸਾ ਦੇ ਸਕਦਾ ਜੀ, ਅਸੀਂ ਹੁਣ ਬੀਬੀ ਜੀ ਨੂੰ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਦੇ ਸਕਦੇ? ਜਾਂ ਤੁਹਾਡੀ ਸਰਕਾਰ ਹੈ, ਤੁਸੀਂ ਕਿਉਂ ਨਹੀਂ? ਬੀਬੀ ਦਾ ਏਰੀਆ ਇਹ ਜੀ, ਬੀਬੀ ਦੀ ਸਰਕਾਰ ਹੈ। ਬੀਬੀ ਨੂੰ ਸਹੁੰ ਚੱਕਣ ਦਾ ਤਾਂ ਉੱਥੇ ਆਪਣਾ ਸਿੱਧੂ ਦੀ ਪ੍ਰਧਾਨਗੀ ਤੇ ਜਾਣ ਦਾ ਟਾਈਮ ਲੱਗ ਗਿਆ। ਉਹਦੀ ਕੋਠੀ ਇੱਥੇ ਦੀ 10-15 ਕਿਲੋਮੀਟਰ ਦੂਰ ਹੈ, ਘੱਗਰ ਨਾਲੋਂ ਤੱਕ ਟਾਈਮ ਨਹੀਂ ਲੱਗਿਆ। ਉਹ ਸਾਲ ਹੋ ਗਏ ਘੱਗਰ ਦੇ ਉੱਪਰ ਰਾਜਨੀਤੀ ਕੀਤੀ ਜਾ ਰਹੀ ਹੈ। ਕਿਹਾ ਜਾਂਦਾ ਕਿ ਅੰਡੇ ਦੇਣ ਵਾਲੀ ਮੁਰਗੀ ਹੈ ਇਹ ਘੱਗਰ। ਲੱਗਦਾ ਕਿ ਸਾਬਤ ਵੀ ਹੋ ਰਿਹਾ ਹੈ, ਕਿਉਂਕਿ ਪਿਛਲੇ 2019 ਦੇ ਵਿੱਚ ਵੀ ਆਪਾਂ ਦੇਖਿਆ ਬੜਾ ਨੁਕਸਾਨ ਕੀਤਾ ਇਸ ਘੱਗਰ ਨੇ। ਪਰ ਹੁਣ ਲੱਗਦਾ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਇਸ ਘੱਗਰ ਦਾ ਮਸਲਾ ਹੱਲ ਹੋ ਜਾਊਗਾ। ਨਵਜੋਤ ਸਿੱਧੂ ਨਾਲ ਘੱਗਰ ਦਾ ਪਤਾ ਹੀ ਨਹੀਂ ਹੋਣਾ ਜੀ। ਹੱਲ ਤਾਂ ਹੋ ਜਿਹਨੂੰ ਪਤਾ ਹੋਊ। ਜੇ ਉਹਨੂੰ ਪਤਾ ਹੁੰਦਾ, ਪਰਸੋਂ ਅਸੀਂ ਉਰੇ ਮਰਨ ਲੱਗੇ ਹੋਏ ਸੀ, ਉਹਦੇ ਉੱਥੇ ਕੁਰਸੀ ਤੇ ਬੈਠਣ ਦਾ ਟਾਈਮ ਸੀ ਜੀ। ਦੇਖੋ ਸਾਰੇ ਲੀਡਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪਹਿਲੀ ਵਾਰ ਤਾਂ ਕਿਸਾਨਾਂ ਦਾ ਕਹਿੰਦਾ ਮੈਂ ਦਿੱਲੀ ਧਰਨਾ ਚੱਲਿਆ ਹੋਇਆ ਜੀ। ਉਹਨੂੰ ਪਹਿਲੀ ਵਾਰ ਬਹਿ ਤਾਂ ਕੱਲਿਆ ਵੀ ਸਕਦਾ ਸੀ। ਸਾਰੀ ਜਨਤਾ ਉਹਨੇ ਇਕੱਠੀ ਕੀਤੀ, ਕਹਿੰਦਾ ਮਤਲਬ ਖਰਚ ਕਰਿਆ ਉਹਨਾਂ ਨੇ ਜੀ। ਉਹ ਪੰਜਾਬ ਸਰਕਾਰ ਦੀ ਪੈਣਾ ਹੈ। ਸਿੱਧੂ ਸਾਹਿਬ ਕਹਿ ਰਹੇ ਨੇ ਵੀ ਅਸੀਂ ਮੈਂ ਤਾਂ ਸਾਫ਼ ਸੁਥਰਾ ਬੰਦਾ ਜਾਂ ਐਵੇਂ। ਘੱਗਰ ਸਾਹਿਬ ਨੂੰ, ਸਿੱਧੂ ਸਾਹਿਬ ਨੂੰ ਪੁੱਛ ਕੇ ਦੇਖ ਲਓ ਵੀ ਘੱਗਰ ਕਿੱਥੇ ਆ ਜੀ। ਹੋ ਸਕਦਾ ਉਹ ਕਹਦੇ ਵੀ ਘੱਗਰ ਤਾਂ ਹੈ ਹੀ ਨਹੀਂ ਜੀ। ਜਦੋਂ ਕਿਸ ਤਰ੍ਹਾਂ ਦੇਖਦੇ ਹੋ? ਘੱਗਰ ਹਰ ਵਾਰ ਮਾਰ ਕਰਦਾ ਹੈ। ਜਿੰਨੇ ਲਵੇ ਲਾਉਣੇ ਇਲਾਕੇ ਦੇ ਪਿੰਡ ਹੁੰਦੇ ਨੇਗੇ, ਪਿੰਡਾਂ ਤੱਕ ਜਿਹੜਾ ਘੱਗਰ ਦਾ ਪਾਣੀ ਪਹੁੰਚ ਜਾਂਦਾ। ਜਦੋਂ ਇਹਦੀ ਮਾਰ ਹੇਠ ਆ ਜਾਂਦੇ ਨੇ ਲੋਕ, ਬਹੁਤ ਸਾਰੇ ਗਰੀਬ ਲੋਕ ਨੇ ਜਿਹੜੇ ਝੁੱਗੀਆਂ ਝੋਫੜੀਆਂ ਦੇ ਵਿੱਚ ਰਹਿੰਦੇ ਨੇ ਜਾਂ ਕੱਚੇ ਮਕਾਨਾਂ 'ਚ ਰਹਿੰਦੇ ਨੇ, ਤਾਂ ਉਹਨਾਂ ਦਾ ਰੋਟੀ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਕਿਉਂਕਿ 2019 ਦੇ ਵਿੱਚ ਅਸੀਂ ਕਵਰ ਕੀਤਾ, ਅਸੀਂ ਉੱਥੇ ਗਰਾਊਂਡ ਜ਼ੀਰੋ ਤੇ ਕੰਮ ਕੀਤਾ ਜਾ ਕੇ, ਜਿਹੜੇ ਲੋਕਾਂ ਦੇ ਚੁੱਲ੍ਹੇ ਬੰਦ ਹੋ ਗਏ ਸੀ, ਚੁੱਲ੍ਹਿਆਂ ਦੇ ਵਿੱਚ ਪਾਣੀ ਪੈ ਗਿਆ ਸੀ, ਉੱਥੇ ਵੀ ਜਾ ਕੇ ਅਸੀਂ ਕਵਰ ਕੀਤਾ। ਤਾਂ ਇਸ ਵਾਰ ਮਾਹੌਲ ਜਿਹੜਾ ਹੈਗਾ ਇਸ ਦੇ ਉੱਪਰ ਕਾਬੂ ਪਾਉਣ ਲਈ ਕੋਈ ਉਪਰਾਲੇ ਸਰਕਾਰ ਵੱਲੋਂ, ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ? ਹਾਲੀ ਤੱਕ ਵੇਖੋ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ, ਨਾ ਹੀ ਇੱਥੇ ਸਾਡੇ ਹਲਕੇ ਦੀ ਜਿਹੜੀ ਹਲਕਾ ਇੰਚਾਰਜ ਬੀਬੀ ਪੱਠਲੇ ਉਹਨਾਂ ਦੇ ਵੀ ਕੋਈ ਨਹੀਂ ਪਹੁੰਚਿਆ। ਤੇ ਦੂਜੀ ਗੱਲ ਇਹ ਵੀ ਜਿਹੜਾ ਘੱਗਰ ਹੈ, ਘੱਗਰ ਨਿਸ਼ਾਨ ਖਤਰੇ ਬੜਾ ਉੱਚਾ ਚੱਲਦਾ ਪਿਆ, ਕਿਸੇ ਟਾਈਮ ਹੀ ਕੋਈ ਵੀ ਹਾਦਸਾ ਹੋ ਸਕਦਾ। ਇਹ ਹਾਦਸੇ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਅਸੀਂ ਹਾਦਸੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਮੰਨਦੇ ਹਾਂ, ਪੰਜਾਬ ਸਰਕਾਰ ਨੂੰ ਮੰਨਦੇ। ਜਿਹੜਾ ਇੱਥੇ ਕੋਈ ਗੌਰ ਨਹੀਂ ਕਰਦਾ, ਇਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਛੇਤੀ ਤੋਂ ਛੇਤੀ ਇਹਦਾ ਕੋਈ ਹੱਲ ਕਰਨਾ ਚਾਹੀਦਾ। ਜਿਵੇਂ ਪਿਛਲੀ ਵਾਰ ਵੀ ਬੜਾ ਨੁਕਸਾਨ ਹੋਇਆ ਸੀ, ਜ਼ਿਮੀਂਦਾਰ ਵਿਚਾਰੇ ਖਰਚਾ ਕਰਕੇ ਦੁਬਾਰਾ ਜਾ ਕੇ 3500 ਦੇ ਵਿੱਚ ਜਾ ਕੇ ਉਹਨਾਂ ਜੀਰੀ ਲਵਾਈ ਸੀ। ਇੱਕ ਗੱਲ ਹੋਰ ਕਲੀਅਰ ਕਰਨੀ ਚਾਹਾਂਗੇ, ਸਰਕਾਰਾਂ ਵੱਲੋਂ ਜਦੋਂ ਕੋਈ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਨੇ ਜਾਂ ਨੁਕਸਾਨ ਹੋ ਜਾਂਦਾ ਹੈ, ਆਫਤ ਆ ਜਾਂਦੀ ਹੈ, ਤਾਂ ਮੁਆਵਜ਼ਾ ਐਲਾਨ ਕੀਤਾ ਜਾਂਦਾ ਹੈ ਕਿ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ। ਕੱਲ੍ਹ ਵੀ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦੇ ਸਮਾਗਮ ਦੇ ਵਿੱਚ ਪਹੁੰਚਣਾ ਸੀ ਕੁਝ ਵਰਕਰਾਂ ਨੇ, ਉੱਥੇ ਹਾਦਸਾ ਹੋ ਗਿਆ ਬੱਸ ਦੇ ਨਾਲ, ਤਾਂ 3-4 ਜਿਹੜੇ ਵਿਅਕਤੀ ਸੀਗੇ ਉਹਨਾਂ ਦੀ ਵੀ ਮੌਤ ਹੋ ਗਈ। ਉੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ। ਜਿਹੜਾ ਇੱਕ ਘੱਗਰ ਦਾ ਮੁਆਵਜ਼ਾ ਅਨਾਉਂਸ ਕੀਤਾ ਜਾਂਦਾ, ਤੁਹਾਨੂੰ ਮਿਲਦਾ? ਇਸ ਤਰ੍ਹਾਂ ਵੀ ਥੋੜੇ ਵਾਲੇ ਮੁਆਵਜ਼ੇ ਨਾਲ ਕੀ ਬਣਦਾ ਜ਼ਿਮੀਂਦਾਰਾਂ ਦਾ? ਜਿਹੜਾ ਖਰਚਾ ਹੈ 1 ਏਕੜ ਦੇ ਉੱਤੇ ਘੱਟ ਤੋਂ ਘੱਟ ਵੀ 15-16 ਹਜ਼ਾਰ ਰੁਪਈਆ ਖਰਚਾ ਆਉਂਦਾ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ, ਬੱਸ ਹਾਦਸਾ ਹੋਇਆ, ਜਿਨ੍ਹਾਂ ਦਾ ਅੱਜ ਘਰੋਂ ਪਰਿਵਾਰ ਦਾ ਜੀ ਟੁਰ ਜਾਂਦਾ ਹੈ, ਉਹਨਾਂ ਨੂੰ ਭਾਵੇਂ ਕਰੋੜ ਰੁਪਈਆ ਵੀ ਦਈਏ, ਉਹਨਾਂ ਦਾ ਉਹ ਘਾਟਾ ਪੂਰਾ ਨਹੀਂ ਹੋ ਸਕਦਾ। ਬਾਕੀ ਇਹੋ ਜਿਹਾ ਸਰਕਾਰਾਂ ਨੂੰ ਚਾਹੀਦਾ ਵੀ ਜਿਵੇਂ ਵੀ ਕੋਈ ਹੋ ਸਕਦਾ ਇਹਦਾ ਹੱਲ ਕੱਢਿਆ ਜਾਏ। ਮਾਤਾ ਜੀ, ਕਿੰਨੇ ਸਮੇਂ ਤੋਂ ਤੁਸੀਂ ਇੱਥੇ ਲੱਗੇ ਹੋਏ ਹੋ ਕੰਮਕਾਰ ਕਰਨ ਦੇ ਲਈ, ਔਰ ਕੀ ਪਿਛਲੇ ਸਾਲਾਂ ਦੇ ਵਿੱਚ ਵੀ ਇਹੀ ਕੁਛ ਚੱਲਦਾ ਹੈਗਾ? ਕਈ ਸਾਲਾਂ ਤੋਂ ਚੱਲ ਰਿਹਾ ਪੁੱਤੇ, ਇਹੀ ਕੁਛ ਚੱਲ ਰਿਹਾ। ईब हो गया जी, माने 4 दिन लग गए ने। बहुत खतरे का काम है उरे। ईब हम गरीब ते गरीब बंदे हैं उरे। ईब 263 रुपया में बने के है तड़की ते ब्याल तुड़ी उरे। मारे कपड़े नहीं पूरे होंगे बच्चों की, क्या नाल पढ़ावा क्या नाल लिखावा। फिर जी जद इन गरीबों के फसल नहीं रही, मन के मिलेगा? जे तकड़िया के कुछ होगा जी हम खावांगे, जे इनके तकड़िया के फसल होगी हम दिहाड़ी करांगे, जीरी भी लावांगे। ईब पता जी काले कागज कर रखे हैं इन्होंने। ईब जब जीरी मर गई फिर दे दिए सरकार ने 2000 दे दिए किले, मगर 3000 दे दिए के बने? वो तो चाह पानी का खर्चा भी नहीं चलता जी। ईब सरकार उड़ा के क्यों नहीं खड़ती? ईब क्यों नहीं देखती सरकार? उड़ीक की जा रही है भी बड़ी कोई उरे मार पवे ता फिर उत्ते आके असीं बैठिए राजनीति करिए। हाँ, फिर उड़ा के वो सोने का अंडा का काम बन रहा। उनका तो सोने का अंडा ही बन रहा, या मुर्गी सोने का अंडा ही दे जब घग्गर आ जाए चढ़ के।
है उनका तो बन जाए, इनके तो पित्तल के भी नहीं रहे, गारे के भी नहीं रहे, किसाना के तो यहाँ क्या ही जोगे भी नहीं रहे। इन्हें तो वैसे 200-400 रुपया दे के 1000 रुपया दे के ठा दिए। पटवारी ने मिनती कर दी फलाने की इतनी मरगी ढिकड़े की, इनका पूरा के पट है। ब्याज वाले ने बाणिये ने तो ब्याज लेना दुगुना तिगुना, फिर इनकी हालत खराब। इनकी हालत का जिम्मेवार कौन कौन, इन्हें जे तकड़े के नहीं होगा माने कौन देगा, माने कोई बट नहीं चढ़न देना जी। जब गग्गर का नक्का टूट गया, जब चुल्लियां तक पानी बढ़ गया, कुछ भी नहीं रहा, फिर हम खाएंगे के। 2019 ਦੇ ਵਿੱਚ ਦੇਖਿਆ ਆਪਾਂ ਬਹੁਤ ਸਾਰੇ ਮਜ਼ਦੂਰ ਲੋਕ ਸੀਗੇ, ਜ਼ਰੂਰਤਮੰਦ ਲੋਕ ਸੀਗੇ, ਉਹਨਾਂ ਦੇ ਪਰਿਵਾਰਾਂ ਦੇ ਚੁੱਲ੍ਹੇ ਤੱਕ ਬੰਦ ਹੋ ਗਏ ਸੀਗੇ। ਉਦੋਂ ਬੜੇ ਰਾਜਨੀਤਿਕ ਲੋਕ ਉਰੇ ਆਏ ਸੀਗੇ, ਕਾਜੂ ਬਦਾਮ ਖਾਏ ਉਹਨਾਂ ਨੇ, ਕੋਲਡ ਡਰਿੰਕ ਜੂਸ ਪੀਤਾ ਉਹਨਾਂ ਨੇ, ਕਿ ਉਡੀਕ ਕਰ ਰਹੇ ਨੇ ਕਿ ਉਸ ਤਰ੍ਹਾਂ ਦਾ ਹਾਦਸਾ ਹੋਵੇ। वहाँ तो नहीं उड़ीकें जी, जे गग्गर टूटे नाका माने पैसा बने, उनकी डी किया जी, सरकार की डी किया, गग्गर टूटे माने पैसा बने। जे सरकार में क्या की कमी है या नाका के चीज है, सरकार ने कुछ चीज भी नहीं नाका लावे जे सरकार है। ਸੜਕਾਂ ਤੇ ਜਦੋਂ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ, ਸੜਕਾਂ ਤੇ ਕੰਧਾਂ ਖਿੱਚਦੀਆਂ, ਵੱਡੇ ਵੱਡੇ ਬੈਰੀਗੇਡਿੰਗ ਲਾਤੇ, ਉੱਥੇ ਵੱਡੇ ਵੱਡੇ ਰੈਂਪ ਬਣਾਤੇ, ਤਾਂ ਇਹ ਕਿੱਡੀ या नाका कैडी की चीज है, या सारा अंतर ले रही है, किसाना का अंतर ले रही है सरकार, कुछ नहीं दिंदी सरकार, अंतर ले रही है। ਜੇ ਲੀਡਰ ਹੁਣ ਆਉਂਦੇ ਨੇ, नाका टूट गया, ये भी बिचे किसान बिचे गरीब, उनका जिम्मेवार कौन है? आम बुजुर्ग हैं बिचे जेड़े बच्चों की माँ, उनका दे दिया, लाख रुपया दे दिया सरकार ने, 2 लाख दे दिया कि आग लाने हैं वहाँ, लाख 2 लाख जब वहाँ जानते बच गए, उन्हें बच्चे पालने वाला नहीं रहा, फिर क्या करने हैं वहाँ रुपये माने। ਜੇ ਲੀਡਰ ਉਰੇ ਆਉਂਦਾ ਕੋਈ ਇਸ ਵਕਤ ਜਾਇਜ਼ਾ ਲੈਣ ਆਉਂਦਾ ਜਾਂ गग्गर में घेर देंगे हम, गग्गर में घेर देंगे लीडर ने चक्के। हाँ ਸੋ ਬਿਲਕੁਲ ਗੁੱਸਾ ਕਿਤੇ ਨਾ ਕਿਤੇ ਜਾਇਜ਼ ਵੀ ਬਣਦਾ ਹੈ। ਸਾਡੇ ਨਾਲ ਹੋਰ ਵੀ ਜਿਹੜੇ ਹੈਗੇ ਨੇ, ਤੇ ਨੰਬਰਦਾਰ ਸਾਹਿਬ ਹੈਗੇ ਨੇ। ਨੰਬਰਦਾਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਆਈ ਵਾਰ ਇੱਥੇ ਘੱਗਰ ਦਾ ਜਿਹੜਾ ਪਾੜ ਪੈਂਦਾ, ਨੱਕੇ ਟੁੱਟ ਜਾਂਦੇ ਨੇ, ਵੱਡੇ ਵੱਡੇ ਹਾਦਸੇ ਹੋ ਜਾਂਦੇ ਨੇ, ਕਿਵੇਂ ਦੇਖਦੇ ਨੇ? ਇਹ ਜੀ ਬਰਸਾਤਾਂ ਆਉਂਦੀਆਂ ਨੇ, ਘੱਗਰ ਭਰ ਜਾਂਦਾ ਹੈ, ਬੰਨ ਟੁੱਟ ਜਾਂਦਾ, ਫਸਲ ਮਰ ਜਾਂਦੀ ਹੈ। ਤੇ ਇਹ ਕੋਈ ਅੱਜ ਦਾ ਨਹੀਂ ਹੈਗਾ, ਇਹ 93 ਤੋਂ ਲੈ ਕੇ ਚੱਲਿਆ ਹੋਇਆ ਹੈ। ਮੰਨ ਲਓ 2 ਫਸਲਾਂ ਹੁੰਦੀਆਂ ਨੇ, ਕਦੇ ਇੱਕ ਹੁੰਦੀ ਹੈ। ਇਹ ਕੋਈ ਤੁਹਾਨੂੰ 19 ਵਾਲੀ ਕੱਲੀ ਦਾ ਪਤਾ ਹੈ ਜੀ, ਇਹ 14 ਚ ਵੀ ਮਰੀ ਸੀ, ਸਾਡੀ 10 ਚ ਵੀ ਮਰੀ ਸੀ, 8 ਚ ਵੀ ਮਰੀ ਸੀ। ਕਿਉਂਕਿ 19 ਵਾਲੀ ਮੈਂ ਤਾਂ ਯਾਦ ਕਰਵਾਈ ਆ, ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ, ਕੈਪਟਨ ਸਾਹਿਬ ਵੀ ਆਏ ਸੀਗੇ, ਜਹਾਜ਼ੀ ਦੌਰਾ ਵੀ ਕੀਤਾ ਸੀ, ਤਾਂ ਕਰਕੇ 19 ਵਾਲੀ ਯਾਦ ਕਰਵਾਈ ਆ। 19 ਵਾਲੀ ਤਾਂ ਇੱਕ ਉਹਨਾਂ ਦੇ ਯਾਦ ਹੈ ਨਾ, ਜਿਨ੍ਹਾਂ ਨੂੰ ਪਹਿਲਾਂ ਦੇਖਿਆ, ਸਾਨੂੰ ਪਤਾ ਜਿਨ੍ਹਾਂ ਦੀ ਇੱਕ ਪੀੜ੍ਹੀ ਬਰਬਾਦ ਕਰਤੀ ਨੇ ਘੱਗਰ ਨੇ, ਤੇ ਹੁਣ ਦੂਜਾ ਸਾਡਾ ਸਿਸਟ ਲੱਗੇ ਗੋਡੇ ਦੁਖਣ, ਪਰ ਬਣਿਆ ਹਲੇ ਕੁਝ ਵੀ ਨਹੀਂ। ਤੇ ਇਹ ਤਾਂ ਟੁੱਟਣਾ ਹੀ ਟੁੱਟਣਾ ਜੀ। ਉਹ ਕਹਿੰਦੇ ਨੇ ਖਤਰੇ ਦੇ ਨਿਸ਼ਾਨ ਤੋਂ, ਤੁਸੀਂ ਇਹ ਕੈਮਰੇ ਨਾਲ ਦਿਖਾਓ, ਖੇਤਾਂ ਨਾਲੋਂ 4 ਫੁੱਟ ਉੱਚਾ, 5 ਫੁੱਟ ਪਾਣੀ, ਇੱਕ ਪਿੰਡ 'ਚ ਜਾ ਕੇ ਵੜਨਾ ਹੈ, ਹਲੇ ਖਤਰੇ ਨਿਸ਼ਾਨ ਹੋਰ ਕਿੱਥੇ ਆ? ਕਿੰਨੀ ਜਗ੍ਹਾ ਤੇ ਜੇ ਆਪਾਂ ਗੱਲ ਕਰ ਲਈ, ਕਿੰਨੀ ਕੀ ਜਗ੍ਹਾ ਤੇ ਨੱਕੇ ਟੁੱਟ ਗਏ ਨੇ, ਪਾੜ ਪੈ ਗਏ ਨੇਗੇ? ਇਹ ਤਾਂ ਜੀ ਨੱਕਾ ਹੁਣ ਮੰਨ ਲਓ ਇਹ ਸੰਭਾਲ ਲਿਆ, ਅਗਲੀ ਵਾਰੀ ਥੋੜਾ ਜਿਹਾ ਗਾਹਾਂ ਪੈ ਜਾਣਾ। ਇਹ ਤਾਂ ਕੱਚੀ ਮਿੱਟੀ ਹੈ, ਵਿੱਚ ਖੱਡਾਂ ਹੋਈਆਂ ਨੇ, ਇਹਦਾ ਹਰ ਜਗ੍ਹਾ ਤੇ 2-3 ਸਾਲ ਬਾਅਦ ਹਰ ਜਗ੍ਹਾ ਤੇ ਨਵਾਂ ਟੁੱਟਦਾ ਹੁੰਦਾ। ਇਹ ਜਦੋਂ ਨੱਕਾ ਕੋਈ ਟੁੱਟ ਜਾਂਦਾ ਹੈ, ਉਦੋਂ ਹੀ ਇੱਥੇ ਘੱਗਰ ਦਾ ਮੁੱਦਾ ਯਾਦ ਆਉਂਦਾ ਸਰਕਾਰਾਂ ਨੂੰ ਵੀ, ਪੱਤਰਕਾਰਾਂ ਨੂੰ ਵੀ, ਮੀਡੀਆ ਨੂੰ ਵੀ, ਸਭ ਨੂੰ ਇਹ ਕਹਾਂਗੇ ਅਸੀਂ, ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ, ਉਦੋਂ ਸਾਰੇ ਪਹੁੰਚਦੇ ਨੇ ਇੱਥੇ। ਉਸ ਤੋਂ ਪਹਿਲਾਂ ਉਰੇ ਕਿਉਂ ਨਹੀਂ ਕੋਈ ਹਿੱਲਾ ਕੀਤਾ ਜਾਂਦਾ, ਕਿਉਂ ਨਹੀਂ ਕੋਈ ਪਹੁੰਚਦਾ, ਕਿਉਂ ਨਹੀਂ ਕੋਈ ਜਾਇਜ਼ਾ ਲਿੱਤਾ ਜਾਂਦਾ? ਇਹ ਉਦੋਂ ਪਹਿਲਾਂ ਕੋਈ ਨਹੀਂ ਆਉਂਦਾ ਜੀ। ਜਦੋਂ ਫਲੱਡ ਟੁੱਟਦਾ ਹੈ, ਉਸ ਟਾਈਮ ਤੇ ਕਿਸੇ ਨੇ ਵੋਟਾਂ ਮੰਗਣੀਆਂ ਹੁੰਦੀਆਂ ਨੇ, ਕਿਸੇ ਨੇ ਖਰਚਾ ਪਾਉਣਾ ਹੁੰਦਾ, ਕਿਸੇ ਨੇ ਰੁਪਈਏ ਬਣਾਉਣੇ ਹੁੰਦੇ ਨੇ, ਉਦੋਂ ਹੀ ਆਉਂਦੇ ਨੇ। ਹੁਣ ਪਿਛਲੀ ਵਾਰੀ ਨਹੀਂ ਕੋਈ ਆਇਆ, 19 ਚ ਫਸਲ ਮਰੀ, 20 ਚ ਕੋਈ ਆਇਆ ਨਹੀਂ, ਹੁਣ 21 ਚ ਕਿਉਂ ਆ ਗਏ? ਇਹ ਇਹਨਾਂ ਦੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ। ਇਹ ਬਸ ਮੁਰਗੀ 2-3 ਸਾਲ ਬਾਅਦ ਦਿੰਦੀ ਹੈ, ਫਿਰ ਮੋਟੇ ਦਿੰਦੀ ਹੈ ਅੰਡੇ। ਬਿਲਕੁਲ। ਤੇ ਹੁਣ ਇਹਦਾ ਜ਼ਿੰਮੇਵਾਰ ਤੁਸੀਂ, ਜੇ ਆਪਾਂ ਸਿੱਧੇ ਤੌਰ ਤੇ ਗੱਲ ਕਰ ਲਈਏ, ਜ਼ਿੰਮੇਵਾਰ ਇਹਨੂੰ ਤੁਸੀਂ ਸਰਕਾਰਾਂ ਨੂੰ ਠਹਿਰਾਓਗੇ ਜਾਂ ਫਿਰ ਪ੍ਰਸ਼ਾਸਨ ਨੂੰ ਠਹਿਰਾਓਗੇ? ਨਹੀਂ ਜੀ, ਅਸੀਂ ਸਰਕਾਰਾਂ ਨੂੰ, ਇਹ ਕੋਈ ਇੱਕ ਨਵੀਂ ਸਰਕਾਰ ਨਹੀਂ ਆਈ, ਜਿੰਨੀਆਂ ਸਰਕਾਰਾਂ ਆਉਂਦੀਆਂ ਨੇ ਅਸੀਂ ਸਰਕਾਰਾਂ ਨੂੰ ਠਹਿਰਾਵਾਂਗੇ। ਕਿਉਂਕਿ 93 ਤੋਂ ਲੈ ਕੇ ਦੇਖਦੇ ਹੁੰਦੇ ਆ, ਅੱਜ ਤੱਕ ਇਹਦਾ ਸਥਾਈ ਹੱਲ ਕਿਉਂ ਨਹੀਂ ਕੀਤਾ? ਸਾਡੀਆਂ ਫਸਲਾਂ ਮਰਦੀਆਂ ਨੇ, ਜੋ ਵੀ ਮੌਕੇ ਦੀ ਸਰਕਾਰ ਹੁੰਦੀ ਆ ਉਹ ਇਹਦੀ ਜ਼ਿੰਮੇਵਾਰ ਹੁੰਦੀ ਹੈ ਸਾਡੀ ਫਸਲ ਮਰਨ ਦੀ, ਕੋਈ ਵੀ ਮੌਕੇ ਦੀ ਸਰਕਾਰ ਹੋਵੇ। ਕੋਈ ਲੀਡਰ, ਕੋਈ ਸਰਕਾਰ ਦਾ ਨੁਮਾਇੰਦਾ, ਕੋਈ ਮੰਤਰੀ, ਕੋਈ ਕੈਬਨਿਟ ਮੰਤਰੀ ਕੋਈ ਪਹੁੰਚਿਆ ਇੱਥੇ ਦੇਖਣ ਆਇਆ ਹਾਲਾਤ ਵੀ ਕਿਹੋ ਜਿਹੇ ਹਾਲਾਤ ਨੇ? ਘੱਗਰ ਦਾ ਜਿਹੜਾ ਖਤਰੇ ਦਾ ਨਿਸ਼ਾਨ ਜਿਹੜਾ ਦਿਨ ਬਾਏ ਦਿਨ ਵੱਧਦਾ ਜਾਂਦਾ ਵੀ ਦੇਖ ਲਈਏ, ਉਸ ਤੋਂ ਪਹਿਲਾਂ ਹੀ ਫਿਰ ਕਾਬੂ ਪਾ ਲਾਂਗੇ, ਜਾਂ ਫਿਰ ਪਿਛਲੀ ਵਾਰ ਵਾਂਗੂ ਜਿਹੜਾ ਹੈਗਾ ਇਸ ਵਾਰ ਵੀ ਇਹੀ ਲੱਗਦਾ ਵੀ ਜੋ ਚੁੱਟ ਲੈਣ ਦੋ, ਕੋਈ ਗੱਲ ਨਹੀਂ, ਜਦੋਂ ਇਕੱਠ ਹੋਊਗਾ ਉਦੋਂ ਬਾਅਦ ਜਹਾਜ਼ੀ ਦੌਰਾ ਕਰ ਲਾਂਗੇ? ਕਿੱਦਾਂ? ਨਹੀਂ ਜੀ, ਹੁਣ ਜਿਵੇਂ ਸਾਨੂੰ 4 ਦਿਨ ਹੋ ਗਏ ਇੱਥੇ ਲੱਗਿਆ ਨੂੰ, ਦਿਨੇ ਵੀ ਤੇ ਰਾਤ ਨੂੰ ਵੀ ਇੱਥੇ ਹੁੰਦੇ ਆ, ਹਾਲੇ ਤੱਕ ਤਾਂ ਸਾਡੇ ਕੋਲ ਕੋਈ ਆਇਆ ਨਹੀਂ। ਸਰਕਾਰੀ ਮਹਿਕਮੇ ਜਿਵੇਂ ਸਾਡਾ ਤਹਿਸੀਲ ਲੈਵਲ ਦਾ ਪ੍ਰਸ਼ਾਸਨ ਹੈ, ਵੀਡੀਓ ਬਲਾਕ ਵਗੈਰਾ ਦਾ, ਇਹ ਸਾਡੇ ਕੋਲੇ ਆ ਜਾਂਦੇ ਨੇ, ਤਾਂ ਵੈਸੇ ਹੀ ਭਾਈਚਾਰੇ ਵਾਲਾ ਕੰਮ ਹੈ ਸਾਡਾ। ਰਾਤ ਨੂੰ ਵੀ ਇੱਥੇ ਹੁੰਦੇ ਤੁਸੀਂ? ਅਸੀਂ ਰਾਤ ਨੂੰ ਵੀ ਇੱਥੇ ਜੀ। ਹੋ ਸਕਦਾ ਰਾਤ ਬਰਾਤੇ ਕੋਈ ਗੇੜਾ ਮਾਰ ਗਏ ਹੁਣ, ਡਰਦੇ ਹੋਣ ਵੀ ਕਿਤੇ ਘਰਾਉਣਾ ਕਰ ਲੈਣ ਕਿਸਾਨ ਨੇ? ਨਹੀਂ ਜੀ, ਨਹੀਂ, ਰਾਤ ਬਰਾਤੇ ਨਹੀਂ ਕੋਈ ਆਇਆ ਹੈਗਾ। ਇਹ ਜਿਹੜਾ ਸਾਡਾ ਤਹਿਸੀਲ ਲੈਵਲ ਵਾਲਾ ਪ੍ਰਸ਼ਾਸਨ ਹੈ, ਉਹ ਸਾਡੇ ਕੋਲੇ ਦਿਨ 'ਚ ਆ ਜਾਂਦਾ, ਸਾਨੂੰ ਖਾਲੀ ਥੈਲੇ ਵਗੈਰਾ ਦਿੰਦੇ ਨੇ, ਤੇ ਹੋਰ ਨਹੀਂ ਕੋਈ ਉੱਪਰੋਂ ਆਇਆ ਹੈਗਾ। ਡੀ ਸਾਹਿਬ ਆਏ ਤੇ
ਉਹਨਾਂ ਦੇ ਸਾਨੂੰ ਮੈਨੂੰ ਲੱਗਦਾ ਨੇੜੇ ਨੇੜੇ ਘੱਟ ਹੀ ਲੱਗਣ ਦਿੰਦੇ ਨੇ, ਹੋਰ ਵੱਡੇ ਵੱਡੇ ਹੁੰਦੇ ਨੇ ਨਾਲ। ਪਿਛਲੀ ਵਾਰ ਮੈਂ ਦੇਖਿਆ ਸੀਗਾ 2019 ਦੇ ਵਿੱਚ ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ ਹੋਰੀ ਮੋਟਰਸਾਈਕਲ ਤੇ ਵੀ ਜਿਹੜਾ ਹੈਗਾ ਜਾਇਜ਼ਾ ਲੈ ਕੇ ਜਾਂਦੇ ਰਹੇ ਨੇ ਇੱਥੇ। ਇਸ ਵਾਰ ਕੋਈ ਇੱਕ ਗੇੜੇ ਤੋਂ ਪਹਿਲਾਂ ਕੋਈ ਸੰਗਰੂਰ ਪ੍ਰਸ਼ਾਸਨ ਵੱਲੋਂ ਕੋਈ ਗੇੜਾ ਮਾਰਿਆ ਗਿਆ, ਹਾਲਾਤ ਦੇਖੇ ਗਏ ਨੇ ਇੱਥੇ ਦੇ? ਨਾ ਜੀ ਬਿਲਕੁਲ ਨਹੀਂ ਆਇਆ ਕੋਈ। ਆ 2 ਦਿਨ ਪਹਿਲਾਂ ਡੀ ਸਾਹਿਬ ਆਏ ਨੇ, ਉਸ ਦਿਨ ਆ ਕੇ ਦੇਖ ਕੇ ਗਏ ਸੀ। ਤੇ ਕੋਈ ਪ੍ਰਬੰਧਾਂ ਵਾਸਤੇ ਕੋਈ ਇੰਟਰੈਕਸ਼ਨਾਂ ਦੇ ਗਏ ਨੇ ਪ੍ਰਸ਼ਾਸਨ ਨੂੰ ਕਿ ਇੱਥੇ ਕੋਈ ਮਸ਼ੀਨਰੀ JCB ਜਾਂ ਮਿੱਟੀ ਜਾਂ ਕੋਈ ਬਾਰਦਾਨਾ ਮੁਹੱਈਆ ਕਰਾਇਆ ਜਾਵੇ? ਨਾ ਜੀ ਸਾਨੂੰ ਤਾਂ ਨਹੀਂ ਕੋਈ ਪਤਾ ਲੱਗਿਆ ਵੀ ਦੇ ਗਏ ਨੇ ਮਿੱਟੀ ਹੈ। ਹੁਣ ਦੇਖੋ ਅਸੀਂ ਆਪ ਜਿਵੇਂ 200 ਰੁਪਏ ਕਿੱਲਾ ਪਾਉਂਦੇ ਆ, ਅਸੀਂ ਟਰੈਕਟਰ ਲਾਏ ਹੋਏ ਨੇ, ਆਪਦੇ ਮਿੱਟੀ ਲਿਆਈ ਜਾਂਦੇ ਆ ਆਪਦੇ ਲੈਵਲ ਤੇ ਕਰ ਰਹੇ ਹੈਗੇ? ਆਪਦੇ ਲੈਵਲ ਤੇ ਜੀ ਮਿੱਟੀ ਹੁਣ ਸਾਨੂੰ ਖਾਲੀ ਥੈਲੇ ਦਿੰਦੇ ਨੇ ਸਰਕਾਰ। ਬਾਰਦਾਨਾ ਦਿੰਦੇ? ਹਾਂ ਮਦਦ ਕਰਦੀ ਹੈ, ਖਾਲੀ ਥੈਲੇ ਦਾ ਮੂੰਹ ਇਹਨਾਂ ਨੂੰ ਰੱਸੀ ਵੀ ਦਿੰਦੇ ਨੇ, ਹੋਰ ਨਹੀਂ ਕੋ ਦਿੰਦੇ ਹੈਗੇ। ਸੋ ਬਿਲਕੁਲ ਮੈਂ ਤੁਹਾਨੂੰ ਇੱਕ ਵਾਰੀ ਫੇਰ ਤਸਵੀਰਾਂ ਦਿਖਾ ਦਾਂ ਜ਼ਰੂਰ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਤੁਸੀਂ ਕਾਰਜ ਚੱਲ ਰਹੇ ਨੇ, ਜਿਹੜੇ ਰਾਹਤ ਕਾਰਜ ਚੱਲ ਰਹੇ ਨੇ ਇਸ ਵਕਤ, ਉਹਦੀਆਂ ਵੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ। ਜਿੱਥੇ ਪਾੜ ਪੈ ਗਿਆ, ਜਿੱਥੇ ਪਾੜ, ਉਸ ਪਾੜ ਦੀਆਂ ਤਸਵੀਰਾਂ ਨੇ ਜਿਹੜੀਆਂ ਦਿਖਾਈਆਂ ਜਾਣ। ਤੇ ਉਸ ਤੋਂ ਬਾਅਦ ਜਿੱਥੇ ਥੈਲਿਆਂ ਦੇ ਨਾਲ ਜਿਹੜਾ ਹੈਗਾ ਇਸ ਪਾੜ ਨੂੰ ਕਿ ਮਜ਼ਬੂਤ ਕੀਤਾ ਜਾਂਦਾ, ਸਟੀਲੀ ਤਾਰ ਵੀ ਜਿਹੜੀ ਇੱਥੇ ਹੈਗੀ ਬਣਾ ਕੇ ਜਾਲ ਦੇ ਵਿੱਚ ਮਿੱਟੀ ਭਰ। ਮੈਂ ਤੁਹਾਨੂੰ ਤਸਵੀਰਾਂ ਦੇ ਰਾਹੀਂ ਦਿਖਾ ਦਿੰਦਾ ਕਿ ਇਸ ਘੱਗਰ ਦੀ ਮਾਰ ਹਰ ਵਾਰੀ ਪੈਂਦੀ ਹੈਗੀ ਆ, ਪਰ ਇਹਦੇ ਥੱਲੇ ਜੋ ਮਾਰ ਦੇ ਥੱਲੇ ਆਉਂਦੇ ਨੇ ਆਮ ਲੋਕ ਹੀ ਆਉਂਦੇ ਨੇ, ਕਿਸਾਨ ਆਉਂਦੇ ਨੇ ਜਾਂ ਫਿਰ ਆਮ ਲੋਕ ਆਉਂਦੇ ਨੇ। ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ, ਜਿੱਥੇ ਕਿਸਾਨਾਂ ਦੇ ਵੱਲੋਂ ਆਪਦੇ ਲੈਵਲ ਤੇ ਮਿੱਟੀ ਦੀ ਭਰਤੀ ਕਰਕੇ ਥੈਲੇ ਭਰ ਕੇ ਪਾੜ ਨੂੰ ਪੂਰਿਆ ਜਾ ਰਿਹਾ ਹੈਗਾ, ਕਿਉਂਕਿ ਇਹ ਖਤਰੇ ਦੇ ਉੱਪਰ ਇਸ ਵਕਤ ਬਿਲਕੁਲ ਆਇਆ ਹੋਇਆ ਹੈਗਾ, ਮਾਹੌਲ ਬਣਿਆ ਹੋਇਆ ਹੈਗਾ ਖਤਰੇ ਦਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਿੱਟੀ ਦੀ ਟਰਾਲੀ ਵੀ ਜਿਹੜੀ ਪਹੁੰਚ ਗਈ ਹੈਗੀ, ਕਿਸਾਨਾਂ ਦੇ ਵੱਲੋਂ ਆਪਣੇ ਖਰਚੇ ਤੇ ਮਿੱਟੀ ਜਿਹੜੀ ਹੈਗੀ ਆ ਲਿਆ ਕੇ ਥੈਲਿਆਂ ਦੇ ਵਿੱਚ ਭਰੀ ਜਾ ਰਹੀ ਹੈਗੀ ਆ। ਸੋ ਇਸ ਵਕਤ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੁਹਾਨੂੰ ਸੰਗਰੂਰ ਦੇ ਮੂਣਕ ਘੱਗਰ ਦਰਿਆ ਦੀਆਂ ਤਸਵੀਰਾਂ ਨੇ, ਜਿੱਥੇ ਖਤਰੇ ਦਾ ਮਾਹੌਲ ਬਣਿਆ ਹੋਇਆ ਇਸ ਵਕਤ। ਤੁਸੀਂ ਦੇਖ ਸਕਦੇ ਹੋ ਟਰਾਲੀ ਵੀ ਪੁੱਜ ਗਈ ਹੈ, ਮਿੱਟੀ ਵਾਲੀ ਟਰਾਲੀ ਵੀ ਪੁੱਜ ਗਈ ਹੈਗੀ ਆ। ਆਪਾਂ ਇਸ ਵਕਤ ਟਰੈਕਟਰ ਵਾਲੇ ਵੀਰ ਨਾਲ ਵੀ ਜ਼ਰੂਰ ਗੱਲ ਕਰਾਂਗੇ ਕਿ ਇਹ ਮਿੱਟੀ ਕਿੱਥੋਂ ਆ ਰਹੀ ਹੈ, ਕਿੱਥੋਂ ਲਿਆਂਦੀ ਜਾ ਰਹੀ ਹੈਗੀ ਮਿੱਟੀ, ਔਰ ਕਿੰਨਾ ਸਮਾਂ ਇਹਨਾਂ ਨੂੰ ਹੋ ਗਿਆ ਹੈਗਾ। ਵੀਰੇ ਨੀਚੇ ਆ ਸਕਦੇ ਹੋ ਪਲੀਜ਼, ਨੀਚੇ ਉਤਰ ਕੇ ਗੱਲਬਾਤ ਜ਼ਰੂਰ ਕਰਾਂਗੇ ਆਪਾਂ। ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇਹ ਮਿੱਟੀ ਇੱਥੇ ਲਿਆ ਰਹੇ ਹੈਗੇ ਹੋ? ਇਹ ਕਮ ਸੇ ਕਮ ਸਾਨੂੰ ਜੀ 2 ਮਹੀਨੇ ਹੋ ਗਏ ਜੀ ਮਿੱਟੀ ਪਾਉਂਦੇ ਨੂੰ ਜੀ। ਵੀ ਆਪਣੀਆਂ 5-4 ਪੰਚਾਇਤਾਂ ਨੇ ਪਿੰਡ ਦੀਆਂ ਜੀ, ਵੀ ਪਿੰਡਾਂ ਨੇ ਰਲ ਕੇ 200 ਰੁਪਏ ਕਿੱਲੇ ਹਿਸਾਬ ਨਾਲ ਖਰਚਾ ਪਾ ਕੇ ਫਿਰ ਮਿੱਟੀ ਪਾ ਰਹੇ ਜੀ। ਕੋਈ ਸਰਕਾਰ ਦਾ ਯੋਗਦਾਨ ਹੈ ਇਸ ਮਿੱਟੀ ਦੇ ਵਿੱਚ? ਫਿਲਹਾਲ ਤਾਂ ਕੋਈ ਯੋਗਦਾਨ ਨਹੀਂ ਆਇਆ ਜੀ। ਕੋਈ ਆਪਦੇ ਲੈਵਲ ਤੇ ਕਰ ਰਹੇ ਹੋ ਸਾਰਾ ਕੰਮ? ਹਾਂਜੀ ਆਪਦੇ ਲੈਵਲ ਤੇ ਹੋ ਰਿਹਾ ਸਾਰਾ ਜੀ। ਕਿਸ ਤਰ੍ਹਾਂ ਫਿਰ ਮਨ ਦੇ ਵਿੱਚ ਕੀ ਉੱਠਦਾ ਕਿ ਯਾਰ ਵੋਟ ਇਸ ਵਾਰ ਕਿਹਨੂੰ ਪਾਈਏ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੋਟ ਕਿਹਨੂੰ ਪਾਈਏ ਜੀ ਹੁਣ। ਪਰ ਉਹ ਲੱਗਦਾ ਹੈਗਾ ਜ਼ਰੂਰ ਵੀ ਵੋਟਾਂ ਲੈ ਜਾਂਦੇ ਨੇ ਯਾਰ, ਜਦੋਂ ਇਹੋ ਜਿਹੀਆਂ ਮੁਸੀਬਤਾਂ ਆ ਜਾਂਦੀਆਂ ਨੇ ਫਿਰ ਨਾਲ ਨਹੀਂ ਖੜਦੇ। ਉਹ ਤੇ ਵੇਖਣ ਹੀ ਰਹੇ ਜੀ, ਹੁਣ 25-30 ਸਾਲ ਹੋ ਗਏ ਜੀ, ਹਰ ਸਾਲ ਲੋਲੀਪੌਪ ਦੇ ਜਾਂਦੇ, ਚੂਸਦੇ ਰਹਿੰਦੇ ਆ ਜੀ। ਆਪਦਾ ਮਤਲਬ ਕੱਢ ਕੇ ਤੁਰ ਜਾਂਦੇ ਜੀ, ਕੋਈ ਕੰਮ ਨਹੀਂ ਆਉਂਦਾ ਜੀ, ਨਾ ਕੋਈ ਲੀਡਰ ਆਵੇ ਨਾ ਕੋਈ ਮੰਤਰੀ ਕੰਮ ਆਉਂਦਾ ਜੀ। ਬਸ ਇਹ ਤੇ ਐਂ ਹੀ ਹੈ, ਸਾਰੀ ਜ਼ਿੰਦਗੀ ਟੱਪਣੀ ਸਾਡੀ ਲੱਗਦਾ ਜੀ ਘੱਗਰ ਦੇ ਬੰਨ ਲਾ ਕੇ। ਬਿਲਕੁਲ ਹਾਂਜੀ। ਸੋ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਹੈਗਾ ਦੁੱਖ ਦਾ ਜਿਹੜਾ ਹੈਗਾ ਸਮਾਂ ਵੀ ਬਣਿਆ ਹੋਇਆ ਹੈਗਾ ਘੱਗਰ ਦਰਿਆ ਦੇ ਉੱਤੇ। ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹੈਗੇ ਅਸੀਂ। ਤਸਵੀਰਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦੇਣਾ, ਜਿੱਥੇ ਵੱਡੀ ਤਾਦਾਦ ਦੇ ਵਿੱਚ ਪਾੜ ਪਿਆ ਹੋਇਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਵਾਰਦਾਨੇ ਥੈਲੇ ਨੇ ਜਿਹੜੇ ਮਿੱਟੀ ਦੇ ਭਰ ਲਗਾਏ ਜਾ ਰਹੇ ਨੇ। ਦੂਸਰੇ ਪਾਸੇ ਜੇ ਆਪਾਂ ਪਾਣੀ ਦੀ ਗੱਲ ਕਰ ਲਈਏ, ਪਾਣੀ ਦਾ ਵਹਾਅ ਜਿਹੜਾ ਹੈਗਾ ਉਹ ਵੱਧਦਾ ਹੀ ਜਾ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ 4 ਫੁੱਟ ਜਿਹੜਾ ਖਤਰੇ ਤੋਂ ਹਜੇ ਨੀਚੇ ਹੈ, ਪਰ ਸਰਕਾਰਾਂ ਦਾ ਦਾਅਵਾ ਕੀਤਾ ਜਾ ਰਿਹਾ, ਸਰਕਾਰਾਂ ਵੱਲੋਂ ਇਹੋ ਦਾਅਵਾ ਕੀਤਾ ਜਾ ਰਿਹਾ ਹੈਗਾ ਕਿ ਖਤਰੇ ਦੇ ਉੱਪਰ ਕਿਸਾਨ ਖੜੇ ਨੇ। ਖੇਤਾਂ ਦੇ ਲੈਵਲ ਦੇ ਵਿੱਚ ਜਿਹੜਾ ਪਾਣੀ ਘੱਗਰ ਦਾ ਵੱਧ ਗਿਆ ਹੈਗਾ, ਖਤਰਾ ਕਿਸੇ ਵਕਤ ਵੀ ਵੱਧ ਸਕਦਾ ਹੈ, ਪਾੜ ਵੱਡਾ ਕਿਸੇ ਵਕਤ ਵੀ ਪੈ ਸਕਦਾ ਹੈ। ਇੱਕ ਵੱਡਾ ਪਾੜ ਪੈ ਗਿਆ ਸੀ ਜਿਸ ਨੂੰ ਕਿ ਕਿਸਾਨਾਂ ਵੱਲੋਂ ਪੂਰ ਲਿਆ ਗਿਆ ਹੈਗਾ, ਪਰ ਲੇਕਿਨ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਜਾਂ ਪ੍ਰਸ਼ਾਸਨ ਸਾਡਾ ਕੋਈ ਵੀ ਸਾਥ ਨਹੀਂ ਦੇ ਰਹੇ, ਨਾ ਹੀ ਕੋਈ ਮਦਦ ਕੀਤੀ ਜਾ ਰਹੀ ਹੈ। ਸਿਰਫ ਇੱਕ ਵਾਰਦਾਨਾ ਤੇ ਮਨਰੇਗਾ ਦੇ ਜਿਹੜੇ ਵਰਕਰ ਨੇ ਉਹ ਲੱਗੇ ਹੋਏ ਨੇਗੇ। ਇਸ ਤੋਂ ਇਲਾਵਾ ਨਾ ਮਿੱਟੀ ਦਿੱਤੀ ਜਾ ਰਹੀ ਹੈ, ਨਾ ਹੀ ਕੋਈ ਹੋਰ ਮਸ਼ੀਨਰੀ ਦਿੱਤੀ ਜਾ ਰਹੀ ਹੈ ਤਾਂ ਜੋ ਇੱਥੇ ਕੋਈ ਰਾਹਤ ਕਾਰਜ ਚੱਲ ਸਕਣ। ਪਰ ਲੇਕਿਨ ਅਸੀਂ ਦੱਸਣਾ ਚਾਹਾਂਗੇ ਕਿ ਹਰ ਵਾਰ ਹੀ ਜਿਹੜਾ ਘੱਗਰ ਹੈ ਉਹ ਇਲਾਕੇ ਦੇ ਲੋਕਾਂ ਨੂੰ ਜਿਹੜਾ ਹੈਗਾ ਮਾਰ ਦਿੰਦਾ ਹੈ, ਲੋਕਾਂ ਦਾ ਨੁਕਸਾਨ ਕਰਦਾ ਹੈ, ਕਿਸਾਨਾਂ ਦਾ ਨੁਕਸਾਨ ਕਰਦਾ ਹੈ। ਆਮ ਜਿਹੜੇ ਗਰੀਬ ਲੋਕ ਨੇ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਚੁੱਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਪਾਣੀ ਜਾ ਵੜਦਾ ਹੈ। ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖਾਣ ਪਾਣ ਹੈ ਜਿਹੜਾ ਉਹ ਵੀ ਬੰਦ ਹੋ ਜਾਂਦਾ, ਚੁੱਲ੍ਹਾ ਚੌਂਕਾ ਬੰਦ ਹੋ ਜਾਂਦਾ। ਪਰ ਲੇਕਿਨ ਸਰਕਾਰ ਦੇ ਨੁਮਾਇੰਦੇ, ਪ੍ਰਸ਼ਾਸਨ ਦੇ ਨੁਮਾਇੰਦੇ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉੱਥੇ ਕੁਰਸੀਆਂ ਮੇਜ਼ ਲੱਗ ਜਾਂਦੇ ਨੇ, ਜੂਸ ਆਉਂਦਾ ਉਹਨਾਂ ਲਵੇ ਔਰ ਕਾਜੂ ਬਦਾਮ ਤੱਕ ਖਾਏ ਜਾਂਦੇ ਨੇ। ਪਿਛਲੀ ਵਾਰ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾਈਆਂ ਨੇਗੀਆਂ, ਪਰ ਲੇਕਿਨ ਉਡੀਕਿਆ ਜਾ ਰਿਹਾ ਸਰਕਾਰਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰੇ, ਵੱਡਾ ਨੁਕਸਾਨ ਹੋਵੇ, ਉਸ ਤੋਂ ਬਾਅਦ ਫਿਰ ਮੁਆਵਜ਼ਾ
ਮੁਆਵਜ਼ਾ ਅਨਾਉਂਸ ਕਰਕੇ ਜਹਾਜ਼ੀ ਚੱਕਰ ਲਗਾ ਕੇ ਇੱਕ ਵਾਰ ਫਿਰ ਅਨਾਉਂਸ ਕਰ ਜਾਾਂਗੇ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ। ਹੰਝੂ ਪੁੰਝੇ ਜਾਣਗੇ ਪਰ ਲੇਕਿਨ ਕਿਸਾਨ ਕਹਿੰਦੇ ਨੇ ਕਿ ਮੁਆਵਜ਼ਾ ਸਾਨੂੰ ਨਹੀਂ ਮਿਲਦਾ। ਅਸੀਂ ਕਹਿੰਦੇ ਕਿ ਅਜਿਹੇ ਘੱਗਰ ਦਾ ਕੋਈ ਅਸਥਾਈ ਰੂਪ ਦੇ ਵਿੱਚ ਹੱਲ ਕੀਤਾ ਜਾਵੇ, ਪ੍ਰੋਪਰ ਹੱਲ ਕੀਤਾ ਜਾਵੇ ਤਾਂ ਜੋ ਹਰ ਵਾਰ ਇਸ ਘੱਗਰ ਨਾਲ ਜਿਹੜੀ ਹੈਗੀ ਤਬਾਹੀ ਨਾ ਮਚੇ ਔਰ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਬਚ ਸਕਣ ਔਰ ਇਹਨਾਂ ਦੀਆਂ ਫਸਲਾਂ ਨੇ ਜਿਹੜੀਆਂ ਬਚ ਸਕਣ। ਪੰਜਾਬੀ ਲੋਕ ਚੈਨਲ ਤੋਂ ਸੰਜੀਵ ਗੋਇਲ, ਸੰਗਰੂਰ।